ਅਸੀਂ ਤਾਂ ਮਾਸਕ ਵੀ ਪਹਿਨਦੇ ਹਾਂ, डिस्टेंस भी रखते हैं। सरकार के पास ना कोई दवाई है, ना हस्पतालों 'च बैड है, ना मतलब ऑक्सीजन है, ना कोई वेंटीलेटर है, ना कोई दवाई है। सिर्फ लोगों को डरा धमका के सरकार अपना बुत्ता सारना चाहती है। देखो, किसान घोल नूं नज़रअंदाज करना जिहड़ा वो किसी सरकार दे वस की गल नहीं है। ਜਿਹੜਾ भी नज़रअंदाज करेगा ਉਹਨੂੰ ਉਹਦਾ ਜਿਹੜਾ ਹੈ ਭੁਗਤਣਾ ਪਏਗਾ, ਸਿੱਟਾ ਭੁਗਤਣਾ ਪਏਗਾ। ਕਾਨੂੰਨ ਪਾਸ ਕਰਨ ਵਾਲੀ ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਮੋਦੀ ਸਰਕਾਰ ਨੂੰ ਦਫਾ ਕਰੋ, ਦਫਾ ਕਰੋ। ਦੇਸ਼ ਭਰ ਦੇ ਵਿੱਚ ਕਰੋਨਾ ਮਹਾਮਾਰੀ ਪੂਰੀ ਪੀਕ ਤੇ ਹੈ ਤੇ ਲਗਾਤਾਰ ਮਾਮਲੇ ਵੱਧ ਰਹੇ ਨੇ, ਮੌਤਾਂ ਵੀ ਵੱਧ ਰਹੀਆਂ ਨੇ। ਸਰਕਾਰਾਂ ਹਦਾਇਤਾਂ ਜਾਰੀ ਕਰ ਰਹੀਆਂ ਨੇ ਕਿ ਕਰੋਨਾ ਮਹਾਮਾਰੀ ਦੇ ਚੱਲਦੇ ਇਕੱਠ ਨਾ ਕੀਤੇ ਜਾਣ, ਪਰੰਤੂ ਕਿਸਾਨਾਂ ਨੇ ਜੋ ਸੰਘਰਸ਼ ਸ਼ੁਰੂ ਕੀਤਾ ਹੋਇਆ ਨਵੰਬਰ 2020 ਤੋਂ ਕੇਂਦਰ ਸਰਕਾਰ ਦੇ ਖਿਲਾਫ, ਉਹ ਲਗਾਤਾਰ ਜਾਰੀ ਹੈ। ਕਿਸਾਨ, ਪੰਜਾਬ ਦੇ ਕਿਸਾਨ ਜਿਹੜੇ ਹੈਗੇ ਆ ਕਣਕ ਦੀ ਵਾਢੀ ਤੋਂ ਵਿਹਲੇ ਹੋ ਕੇ ਆਪਣੀਆਂ ਫਸਲਾਂ ਜੋ ਵੇਚ ਕੇ ਜਿਹੜੇ ਹੈਗੇ ਵਿਹਲੇ ਹੋ ਚੁੱਕੇ ਨੇ ਤੇ ਉਸ ਤੋਂ ਬਾਅਦ ਲਗਾਤਾਰ ਦਿੱਲੀ ਦੇ ਵੱਲ ਜਿਹੜਾ ਹੈਗਾ ਰੁਖ ਕੀਤਾ ਜਾ ਰਿਹਾ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੋਲਖੀਆਂ ਟੋਲ ਪਲਾਜ਼ਾ ਦੀਆਂ। ਕਿਸਾਨਾਂ ਦੇ ਜਿਹੜੇ ਹੈਗੇ ਜਥੇ ਰੋਜ਼ਾਨਾ ਦਿੱਲੀ ਦੇ ਬਾਰਡਰਾਂ ਦੇ ਵੱਲ ਵੱਧ ਰਹੇ ਨੇ। ਜੋ ਖੇਤੀ ਕਾਨੂੰਨਾਂ ਨੂੰ ਲੈ ਕੇ ਲੜਾਈ ਕੀਤੀ ਜਾ ਰਹੀ ਹੈ ਕੇਂਦਰ ਦੇ ਨਾਲ, ਉਹ ਜਾਰੀ ਰੱਖੀ ਹੋਈ ਹੈ। ਗੱਲ ਕਰਦੇ ਇਹਨਾਂ ਦੇ ਨਾਲ ਕੀ ਕੁਝ ਕਹਿਣਾ ਹੈ। ਹਾਂਜੀ ਪ੍ਰਧਾਨ ਜੀ, ਅੱਜ ਦਿੱਲੀ ਜਾ ਰਹੇ ਹੋ, ਕੀ ਕੁਝ ਜਿਹੜੀ ਰੂਪਰੇਖਾ ਹੈ? ਲਗਾਤਾਰ ਨਵੰਬਰ ਤੋਂ ਜਿਹੜੇ ਬਾਰਡਰਾਂ ਦੇ ਉੱਤੇ ਡਟੇ ਹੋਏ ਆ। ਸਰਕਾਰ ਮੀਟਿੰਗਾਂ 11 ਹੋ ਚੁੱਕੀਆਂ, ਮਸਲੇ ਦਾ ਹੱਲ ਨਹੀਂ, ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਰੱਖੀ ਗਈ। ਸਰਕਾਰ ਦੀ ਹੰਕੜਬਾਜੀ ਹੈ ਤੇ ਸਰਕਾਰ ਚੋਣਾਂ 'ਚ ਜਿਹੜੀ ਕਹਿੰਦੀ ਸੀ ਅਸੀਂ ਰੁੱਝੇ ਹਾਂ, ਸਾਰੇ ਕੁਝ ਦੀਆਂ ਧੱਜੀਆਂ ਡਾਈਆਂ। ਪਰ ਉੱਥੇ ਕਿਸਾਨਾਂ ਨੇ ਵੀ ਜਿਹੜਾ ਫੈਸਲਾ ਕੀਤਾ ਸੀਗਾ, ਜੇ ਅਸੀਂ ਜਥੇਬੰਦਕ ਲੜਾਈ ਲੜਦੇ ਤਾਂ ਅਸੀਂ ਰਾਜਨੀਤਿਕ ਲੜਾਈ ਵੀ ਲੜਾਂਗੇ। ਅਸੀਂ ਸਾਰੀਆਂ 5 ਸਟੇਟਾਂ 'ਚ ਸਾਡਾ ਸੰਯੁਕਤ ਮੋਰਚਾ ਗਿਆ ਤੇ ਉੱਥੇ ਅਪੀਲ ਕੀਤੀ ਲੋਕਾਂ ਨੂੰ ਕਿ ਜਿਹੜਾ ਮੋਦੀ ਸਰਕਾਰ ਹੈ ਉਹਦੀਆਂ ਨੀਤੀਆਂ ਨੂੰ ਬਿਲਕੁਲ ਜਿਹੜਾ ਹੈ ਵੋਟ ਨਾ ਪਾਈ ਜਾਵੇ, ਫਿਰਕਾ ਪ੍ਰਸਤਾਂ ਨੂੰ ਹਰਾਇਆ ਜਾਵੇ। ਉਹਦੇ ਸਾਡੀ ਜਿੱਤ ਹੋਈ ਹੈ ਤੇ 3 ਸਟੇਟਾਂ ਦੇ ਵਿੱਚ ਹਰਿਆ। ਅੱਜ ਜਿਹੜੀ ਗੱਲਬਾਤ ਕਰਨ ਦੀ ਗੱਲ ਹੈ, ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਨੂੰ ਹੁਣ ਵੀ ਕੰਧਾਂ 'ਤੇ ਲਿਖਿਆ ਪੜ੍ਹਨਾ ਚਾਹੀਦਾ। ਫੌਰੀ ਤੌਰ 'ਤੇ ਲੋਕਾਂ ਦਾ ਮਸਲਾ ਜਿਹੜਾ ਹੈ ਉਹ ਗੱਲਬਾਤ ਕਰਕੇ ਹਸਲਾ ਹੱਲ ਕਰਨਾ ਚਾਹੀਦਾ। ਨਹੀਂ ਸਰਕਾਰ ਲਗਾਤਾਰ ਲੜਨਗੇ, ਉਦੋਂ ਤੱਕ ਲੜਦੇ ਰਹਿਣਗੇ ਕਿ ਕਿਸਾਨ ਜਦੋਂ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ। ਤੇ ਸਰਕਾਰ ਕਹਿ ਰਹੀ ਹੈ ਕਰੋਨਾ ਮਹਾਮਾਰੀ ਲਗਾਤਾਰ ਵੱਧ ਰਹੀ ਹੈ, ਇਕੱਠ ਨਾ ਕੀਤਾ ਜਾਵੇ, ਅਪੀਲ ਕੀਤੀ ਜਾ ਰਹੀ ਹੈ। ਇਸ ਨੂੰ ਕਿਵੇਂ ਦੇਖਦੇ ਹੋ ਕਰੋਨਾ ਨੂੰ ਲੈ ਕੇ ਤੁਸੀਂ? ਕਰੋਨਾ ਨੂੰ ਵਧਾਉਣ ਵਾਲੀ ਜ਼ਿੰਮੇਵਾਰੀ ਮੋਦੀ ਸਰਕਾਰ ਤੇ ਆਂਦੀ ਤੇ ਮੋਦੀ ਤੇ ਸ਼ਾਹ ਜਿਹੜਾ ਹੈ ਇਹ ਕਾਤਲ ਹਨ। ਕਾਤਲ ਹਾਈ ਕੋਰਟ ਨੇ ਤਾਂ ਚੋਣ ਕਮਿਸ਼ਨ ਨੂੰ ਕਾਤਲ ਕਿਹਾ ਪਏ, ਮੁਕੱਦਮਾ ਚੱਲਣਾ ਚਾਹੀਦਾ। ਇਹਨਾਂ ਨੇ ਬੜੇ ਜਦੋਂ ਪ੍ਰਬੰਧ ਕਰਨ ਦਾ, ਇਲਾਜ ਕਰਨ ਦਾ ਸਮਾਂ ਸੀਗਾ, ਉਦੋਂ ਬੜੇ ਇਕੱਠ ਕਰਕੇ ਇਹ ਮਤਲਬ ਧੱਜੀਆਂ ਡਾਈਆਂ ਕਾਨੂੰਨ ਦੀਆਂ। ਅਸੀਂ ਤਾਂ ਮਾਸਕ ਵੀ ਪਹਿਨਦੇ ਹਾਂ, डिस्टेंस ਵੀ ਰੱਖਦੇ ਹਾਂ। ਸਰਕਾਰ ਦੇ ਪਾਸ ਨਾ ਕੋਈ ਦਵਾਈ ਹੈ, ਨਾ ਹਸਪਤਾਲਾਂ 'ਚ ਬੈੱਡ ਹੈ, ਨਾ ਮਤਲਬ ਆਕਸੀਜਨ ਹੈ, ਨਾ ਕੋਈ ਵੈਂਟੀਲੇਟਰ ਹੈ, ਨਾ ਕੋਈ ਦਵਾਈ ਹੈ। ਸਿਰਫ ਲੋਕਾਂ ਨੂੰ ਡਰਾ ਧਮਕਾ ਕੇ ਸਰਕਾਰ ਆਪਣਾ ਬੁੱਤਾ ਸਾਰਨਾ ਚਾਹੁੰਦੀ ਹੈ। ਤੇ ਅਸੀਂ ਇੱਕ ਗੱਲ ਤੇ ਕਹਿਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਸੰਘਰਸ਼ਾਂ ਨੂੰ ਫੇਲ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਗੱਲਬਾਤ ਕਰਕੇ ਮਸਲੇ ਹੱਲ ਨਹੀਂ ਕੀਤੇ, ਲੋਕ ਕਰੋਨਾ ਤੋਂ ਆਪਾ ਵੀ ਰੱਖਣਗੇ ਪਰ ਆਪਣਾ ਸੰਘਰਸ਼ ਜਾਰੀ ਵੀ ਰੱਖਣਗੇ। ਉਦੋਂ ਤੱਕ ਲੜਾਂਗੇ ਜਦ ਤੱਕ ਵਾਪਸ ਨਹੀਂ ਹੁੰਦੇ ਕਾਲੇ ਕਾਨੂੰਨ। ਤੇ ਨਵੰਬਰ ਦੇ ਵਿੱਚ ਜਦੋਂ ਅੰਦੋਲਨ ਆਪਣਾ ਦਿੱਲੀ ਦੇ ਬਾਰਡਰਾਂ ਉੱਤੇ ਲੱਗਿਆ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਦੇ ਹਾਲਾਤਾਂ ਦੇ ਵਿੱਚ ਕੀ ਤਬਦੀਲੀ ਦੇਖਦੇ ਹੋ? ਕਿਸ ਤਰ੍ਹਾਂ ਉਸ ਸਮੇਂ ਹਾਲਾਤ ਸੀ ਤੇ ਅੱਜ ਕੀ ਹਾਲਾਤ ਨੇ? ਦੇਖੋ, ਹਾਲਾਤ ਉਦੋਂ ਬਹੁਤ ਲੋਕਾਂ 'ਚ ਉਭਾਰ ਸੀਗਾ, ਬਹੁਤ ਜ਼ਿਆਦਾ। ਪਰ 26 ਜਨਵਰੀ ਨੂੰ ਥੋੜ੍ਹਾ ਜਿਹਾ ਖੜੋਤ ਆਈ ਸੀਗੀ। ਪਰ ਉਹ ਤੋਂ ਬਾਅਦ ਸਾਡੀ ਸਿਆਣੀ ਲੀਡਰਸ਼ਿਪ ਨੇ ਲੋਕਾਂ ਨੂੰ ਸਮਝਾਇਆ, ਲੋਕਾਂ ਪਾ ਗਏ, ਪਿੰਡਾਂ 'ਚ ਜੂਝਾਂ ਕੀਤੀਆਂ, ਮਹਾਂ ਪੰਚਾਇਤਾਂ ਕੀਤੀਆਂ। ਅੱਜ ਫੇਰ ਉਹ ਹਾਲਾਤ ਹੈ। ਕੁਛ ਵਾਢੀ ਨੂੰ ਵੀ ਲੋਕ ਲੱਗੇ ਸੀ ਕਿਸਾਨ, ਅੱਜ ਉਹ ਹਾਲਾਤ ਮੁੜ ਕੇ ਹੋ ਗਏ ਹੈ। ਫਿਰ ਅੱਜ ਹਜ਼ਾਰਾਂ ਦੀ ਗਿਣਤੀ 'ਚ ਰੋਜ਼ ਲੋਕ ਜਿਹੜੇ ਹੈ, ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਹੈ ਆਪਣੇ ਆਪ ਆਰਗੇਨਾਈਜ਼ ਹੋ ਕੇ ਆਪਾਂ ਜਿਹੜੇ ਹੈ ਉੱਥੇ ਨੂੰ ਬਾਰਡਰ ਨੂੰ ਜਾ ਰਹੇ ਹਾਂ। ਤੇ ਸਾਰਿਆਂ ਬਾਰਡਰਾਂ ਦੇ ਅੱਗੇ ਨਾਲੋਂ ਗਿਣਤੀ ਜਿਹੜੀ ਹੈ ਵੱਧ ਹੋ ਗਈ ਹੈ। ਪੂਰਾ ਲੋਕਾਂ 'ਚ ਉਤਸ਼ਾਹ ਹੈ ਤੇ ਲੋਕ ਪੱਕੇ ਤੌਰ ਤੇ ਵਚਨਬੱਧ ਪ੍ਰਣ ਕਰਕੇ ਗਏ ਹੈ। ਜਿਵੇਂ ਆਪਣੇ ਇਹਨਾਂ ਨੇ ਬੰਦੇ ਬਹਾਦਰ ਦਾ ਜਨਮ ਦਿਨ ਮਨਾਇਆ, ਇਹਨਾਂ ਨੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ, ਗੁਰੂ ਸਾਹਿਬ ਦਾ ਜਨਮ ਦਿਨ ਮਨਾਇਆ। ਤੇ ਇਹ ਪ੍ਰਣ ਕੀਤਾ ਕਿ ਅਸੀਂ ਉਦੋਂ ਤੱਕ ਨਹੀਂ ਉੱਠਾਂਗੇ ਜਦੋਂ ਤੱਕ ਜਿਹੜੇ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ। ਬਿਲਕੁਲ। ਕੀ ਨਾਮ ਹੈ ਜੀ? ਕਰਨ ਸਿੰਘ ਰਾਣਾ ਜੀ, ਕੁੱਲ ਹਿੰਦ ਕਿਸਾਨ ਸਭਾ, ਜ਼ਿਲ੍ਹਾ ਨਵਾਂਸ਼ਹਿਰ। ਕੀ ਕਹਿਣਾ ਚਾਹੁੰਦੇ ਹੋ, ਕਦੋਂ ਤੱਕ ਜਿਹੜਾ ਸੰਘਰਸ਼ ਜਾਰੀ ਰਹੂਗਾ? ਗਰਮੀ ਦਾ ਮੌਸਮ ਵੀ ਹੈ, ਮਹਾਮਾਰੀ ਵੀ ਵੱਧ ਰਹੀ ਹੈ ਤੇ ਸਰਕਾਰ ਵੀ ਜਿਹੜੀ ਮੰਨ ਨਹੀਂ ਰਹੀ। ਦੇਖੋ, ਕਿਸਾਨ ਘੋਲ ਨੂੰ ਨਜ਼ਰਅੰਦਾਜ਼ ਕਰਨਾ ਜਿਹੜਾ ਉਹ ਕਿਸੇ ਸਰਕਾਰ ਦੇ ਵਸ ਦੀ ਗੱਲ ਨਹੀਂ ਹੈਗੀ। ਜਿਹੜਾ ਵੀ ਨਜ਼ਰਅੰਦਾਜ਼ ਕਰੇਗਾ ਉਹਨੂੰ ਉਹਦਾ ਜਿਹੜਾ ਹੈ ਭੁਗਤਣਾ ਪਏਗਾ, ਸਿੱਟਾ ਭੁਗਤਣਾ ਪਏਗਾ। ਕਿਉਂਕਿ ਇਹ ਜਿਹੜਾ ਸੰਘਰਸ਼ ਹੈ ਇਹ ਆਮ ਲੋਕਾਂ ਦਾ ਸੰਘਰਸ਼ ਬਣ ਚੁੱਕਿਆ ਔਰ ਸਾਰੇ ਦੇਸ਼ ਵਿੱਚ ਫੈਲ ਚੁੱਕਿਆ।
ਤੇ ਹੁਣ ਜਥੇ ਜਾ ਰਹੇ ਲਗਾਤਾਰ ਦਿੱਲੀ ਨੂੰ, ਜਿਸ ਤਰ੍ਹਾਂ ਨਵੰਬਰ ਦੇ ਵਿੱਚ ਲੋਕਾਂ ਦਾ ਕਾਫੀ ਇਕੱਠ ਸੀਗਾ, ਲੋਕ ਆ ਰਹੇ ਸੀ ਜਾ ਰਹੇ ਸੀ, ਪਰ ਉਸ ਤਰ੍ਹਾਂ ਤੋਂ ਹਾਲਾਤ ਹੁਣ ਥੋੜੇ ਜਿਹੇ ਅਲੱਗ ਲੱਗ ਰਹੇ ਆ। ਨਹੀਂ, ਐਸੀ ਕੋਈ ਗੱਲ ਨਹੀਂ। ਲੋਕ ਵਾਢੀਆਂ ਕਰਕੇ ਆਪਣੀ ਫਸਲ ਦੇ ਰੱਖ ਰਖਾ ਲਈ ਜਿਹੜੇ ਆ ਘਰਾਂ ਨੂੰ ਵਾਪਸ ਆਏ ਸੀਗੇ, ਤੇ ਲੋਕ ਹੁਣ ਉਸੇ ਤਰ੍ਹਾਂ ਉਸੇ ਸਪੀਡ ਦੇ ਨਾਲ, ਉਹਦੇ ਵੀ ਵੱਧ ਸਪੀਡ ਦੇ ਨਾਲ ਜਿਹੜੇ ਹੈ ਉਹ ਮੋਰਚੇ ਦੇ ਵਿੱਚ ਜਾ ਰਹੇ ਹੈ। ਕੋਈ ਐਸੀ ਗੱਲ ਨਹੀਂ। ਸੋ ਬਿਲਕੁਲ ਕਿਸਾਨਾਂ ਦੇ ਹੌਸਲੇ ਬੁਲੰਦ ਨੇ। ਕਿਸਾਨਾਂ ਦਾ ਕਹਿਣਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਸੰਘਰਸ਼ ਜਾਰੀ ਰਹੂਗਾ। ਸਰ, ਕਿਹੜੀ ਯੂਨੀਅਨ ਤੋਂ ਕੀ ਨਾਮ ਹੈ? ਮੇਰਾ ਨਾਮ ਰੁਪਿੰਦਰ ਸਿੰਘ ਰੂਪਾ, ਬਲਾਕ ਪ੍ਰਧਾਨ ਮੈਂ ਕਾਦੀਆਂ ਯੂਨੀਅਨ ਤੋਂ ਹੈ। ਅਸੀਂ ਜਿਹੜੀ ਲੜਾਈ ਆ ਇਹ ਜੱਦੀ ਸ਼ੁਰੂ ਹੋਈ ਆ 3 ਮਹੀਨੇ ਅਸੀਂ ਲਾਈਨਾਂ ਪਰ ਵੀ ਕੱਟੇ ਆ ਕਿਸਾਨ ਮਜ਼ਦੂਰਾਂ ਨੇ ਸਾਰਿਆਂ ਨੇ ਰਲ ਕੇ। ਲੇਕਿਨ ਜਦ ਸਰਕਾਰ ਦੀ ਨਹੀਂ ਅਕਲ ਆਈ, ਸਰਕਾਰ ਨੂੰ ਇਹਨਾਂ ਨੇ ਸੋਚਿਆ ਵੀ ਦਿੱਲੀ ਕਿੱਥੇ ਪਹੁੰਚ ਜੂਗੇ, ਪਰ ਇਹਨਾਂ ਨੂੰ ਪਤਾ ਨਹੀਂ ਤਾਂ ਵੀ ਜਦ ਪਬਲਿਕ ਇਕੱਠੀ ਹੋ ਜਾਂਦੀ ਹੈ ਫਿਰ ਇਹ ਪਬਲਿਕ ਕੁਚਲ ਕੇ ਸਿੱਟ ਦਿੰਦੀ ਹੈ। ਹੁਣ ਕੁਚਲਣੇ ਦਾ ਟਾਈਮ ਆ ਗਿਆ ਮੋਦੀ ਦਾ। ਇਹ ਅਸੀਂ ਬਿਆਨ ਵੀ ਸੁਣਦੇ ਹਾਂ ਵੀ ਇਹ ਕੁਛ ਨਾ ਕੁਛ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਇਹ ਕਿਸਾਨ ਮਜ਼ਦੂਰਾਂ ਦੇ ਹੱਕ 'ਚ ਹੋਊਗਾ ਹੀ ਹੋਊਗਾ, ਨਹੀਂ ਅਸੀਂ ਉੱਥੇ ਤੇ ਨਹੀਂ ਹਿੱਲਦੇ ਹੈਗੇ। ਐਦਾਂ ਹੀ ਰੋਜ਼ ਜਥੇ ਜਾਂਦੇ ਰਹਿਣਗੇ ਸਾਡੇ। ਕੀ ਨਾਮ ਹੈ ਜੀ? ਤਰੋਚਨ ਸਿੰਘ। ਕੀ ਕਹਿਣਾ ਚਾਹੁੰਦੇ ਲੈ ਕੇ ਸਰਕਾਰ ਮੰਨ ਨਹੀਂ ਰਹੀ? ਲਗਾਤਾਰ ਬੀਜੇਪੀ ਦੇ ਲੀਡਰ ਕਹਿ ਰਹੇ ਆ ਕਿ ਜਿਹੜਾ ਹੈਗਾ ਮੁੱਦਾ ਉਦੋਂ ਤੱਕ ਨਹੀਂ ਹੱਲ ਹੁੰਦਾ ਜਦੋਂ ਤੱਕ ਕਿਸਾਨ ਝੁਕਦੇ ਨਹੀਂ। ਝੁਕਣੇ ਦਾ ਕਿਸਾਨ ਮਜ਼ਦੂਰਾਂ ਦਾ ਗੱਲੇ ਕੋਈ ਨਹੀਂ ਵੀ ਜੇ ਝੁਕ ਜੂਗਾ ਜੀ। ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਨੂੰ 5.5 ਮਹੀਨੇ ਉੱਥੇ ਹੋ ਗਏ, 3 ਮਹੀਨੇ ਅਸੀਂ ਇੱਥੇ ਧਰਨੇ ਦੇ ਪੰਜਾਬ ਵਿੱਚ ਲਾਏ ਆ। ਉਸ ਤੋਂ ਬਾਅਦ ਵੀ ਹੁਣ ਇਹਨਾਂ ਨੇ ਚੋਣਾਂ ਕਰਾ ਕੇ ਦੇਖ ਲਿਆ ਬੰਗਾਲ ਵਿੱਚ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਆ। ਇਸੇ ਤਰ੍ਹਾਂ ਇਹਨਾਂ ਨੂੰ ਮੂੰਹ ਦੀ ਖਾਣੀ ਪਊਗੀ, ਚਾਹ ਹੁਣ ਖਾ ਲਵੇ, ਚਾਹ 2 ਦਿਨ ਠਹਿਰ ਕੇ ਖਾ ਲਵੇ, ਚਾਹ 4 ਦਿਨ ਠਹਿਰ ਕੇ ਖਾ ਲਵੇ, ਇਹਨਾਂ ਨੂੰ ਮੂੰਹ ਤੇ ਖਾਣੀ ਪਊਗੀ। ਬਿਲਕੁਲ। ਕੀ ਕਹਿਣਾ ਚਾਹੁੰਦੇ ਕਾਮਰੇਡ ਸਾਹਿਬ? ਲਗਾਤਾਰ ਤੁਸੀਂ ਵੀ ਕਿੰਨੇ ਗੇੜੇ ਲਗਾ ਚੁੱਕੇ ਹੋ ਦਿੱਲੀ ਦੇ ਬਾਰਡਰਾਂ ਉੱਤੇ, ਕੀ ਕਹਿਣਾ ਚਾਹੁੰਦੇ? ਸਰਕਾਰ ਮੰਨ ਨਹੀਂ ਰਹੀ। ਦੇਖੋ ਜੀ, ਮੋਦੀ ਸਰਕਾਰ ਇਕੱਲੇ ਕਿਸਾਨਾਂ ਵਿਰੁੱਧ ਕਾਲੇ ਕਾਨੂੰਨ ਨਹੀਂ ਬਣਾਏ, ਉਹ ਭਾਰਤ ਦੇ ਸੰਵਿਧਾਨ ਦੇ ਨਾਲ ਖੇਡ ਰਹੀ ਆ, ਭਾਰਤ ਦੇ ਸੰਵਿਧਾਨ ਦੀਆਂ ਧੱਜੀਆਂ ਲਾ ਰਹੀ ਆ। ਇਸ ਕਰਕੇ ਸਮੁੱਚਾ ਜਿਹੜਾ ਮਜ਼ਦੂਰ ਵਰਗ ਆ ਉਹ ਕਿਸਾਨਾਂ ਦੇ ਨਾਲ ਖੜਾ, ਕਿਉਂਕਿ ਕਿਸਾਨ ਤੇ ਮਜ਼ਦੂਰ ਦਾ 9 ਮਾਸ ਦਾ ਰਿਸ਼ਤਾ ਹੈ। ਇਸ ਕਰਕੇ ਇਹ ਜੰਗ ਨੂੰ ਅਸੀਂ ਜਿੱਤਣ ਤੱਕ ਚਾਹੇ ਜਿਹੜੀ ਮਰਜ਼ੀ ਕੁਰਬਾਨੀ ਦੇਣੀ ਪੈ ਜਾਵੇ, ਅਸੀਂ ਕੁਰਬਾਨੀ ਦੇਵਾਂਗੇ, ਪਰ ਅਸੀਂ ਜਿੱਤਣਾ। ਮੋਦੀ ਨੇ ਹਰਨਾ, ਇਤਿਹਾਸ ਇਸ ਗੱਲ ਦਾ ਗਵਾਹ ਜੀ। ਕਾਮਰੇਡ ਸਾਹਿਬ, ਜਦੋਂ ਬੀਜੇਪੀ ਦੇ ਲੀਡਰਾਂ ਨੂੰ ਟੀਵੀ ਦੇ ਵਿੱਚ ਡਿਬੇਟ ਚੱਲਦੀ ਹੈ, ਗੱਲ ਕਰਦੇ ਆ, ਤੇ ਉਹ ਕਹਿੰਦੇ ਜੀ ਕਿਸਾਨ ਚਾਹੁੰਦੇ ਆ ਮਸਲੇ ਦਾ ਹੱਲ, ਪਰੰਤੂ ਕਾਮਰੇਡ ਜਿਹੜੇ ਹੈਗੇ ਹੱਲ ਨਹੀਂ ਹੋਣ ਦੇ ਰਹੇ। ਉਹ ਜਿਹੜੇ ਹੈਗੇ ਉਹ ਆਪਣਾ ਝੰਡਾ ਉੱਚਾ ਰੱਖਣਾ ਚਾਹੁੰਦੇ, ਆਪਣੀ ਲੱਤ ਉੱਪਰ ਰੱਖਣਾ ਚਾਹੁੰਦੇ ਆ। ਉਹ ਕਹਿੰਦੇ ਕਾਮਰੇਡਾਂ ਨੇ ਕਿੰਨੀਆਂ ਫੈਕਟਰੀਆਂ ਬੰਦ ਕਰਾਤੀਆਂ ਤੇ ਹੁਣ ਕਿਸਾਨਾਂ ਦਾ ਨੁਕਸਾਨ ਕਰ ਰਹੇ ਆ। ਸਾਥੀ ਜੀ, ਨਾ ਤਾਂ ਕਦੇ ਫੈਕਟਰੀਆਂ ਕਾਮਰੇਡਾਂ ਨੇ ਬੰਦ ਕਰਾਈਆਂ। ਫੈਕਟਰੀਆਂ ਮਾਲਕ ਉਦੋਂ ਬੰਦ ਕਰਕੇ ਜਾਂਦੇ ਜਦੋਂ ਉਹਨਾਂ ਨੂੰ ਸਰਕਾਰ ਵੱਲੋਂ ਸਬਸਿਡੀ ਨਹੀਂ ਮਿਲਦੀ ਤੇ ਦੂਜੀਆਂ ਪ੍ਰਾਂਤਾਂ 'ਚ ਸਬਸਿਡੀ ਮਿਲਣ ਲੱਗ ਪੈਂਦੀ ਹੈ, ਉਦੋਂ ਜਿਹੜੀਆਂ ਫੈਕਟਰੀਆਂ ਬੰਦ ਕਰਦੀਆਂ। ਕਾਮਰੇਡ ਕਦੇ ਫੈਕਟਰੀ ਬੰਦ ਨਹੀਂ, ਫੈਕਟਰੀ ਚਲਾਉਣਾ ਚਾਹੁੰਦੇ ਕਿਉਂਕਿ ਮਜ਼ਦੂਰ ਨੂੰ ਕੰਮ ਮਿਲਦਾ ਹੈ। ਦੂਜੀ ਗੱਲ, ਜੋ ਕੁਝ ਬੀਜੇਪੀ ਕਰ ਰਹੀ ਹੈ ਉਹ ਬਿਲਕੁਲ ਗਲਤ ਹੈ, ਕਿਉਂਕਿ ਸਾਡੇ ਸੰਘਰਸ਼ ਨੂੰ ਤਾਰ ਪੀਟੋ ਕਰਨਾ ਚਾਹੁੰਦੀ ਹੈ। ਉਹਨਾਂ ਨੇ ਤਰ੍ਹਾਂ ਦੇ ਸਾਡੇ ਤੇ ਇਲਜ਼ਾਮ ਲਾਏ ਹੈ, ਸਾਨੂੰ ਅੱਤਵਾਦੀ ਕਿਹਾ, ਸਾਨੂੰ ਵੱਖਵਾਦੀ ਕਿਹਾ, ਸਾਨੂੰ ਮਾਓਵਾਦੀ ਕਿਹਾ, ਸਾਨੂੰ ਫੰਡਿੰਗਵਾਰ ਤੇ ਆਉਣ ਦੀ ਗੱਲ ਕੀਤੀ ਹੈ, ਸਾਨੂੰ ਲਾਲ ਝੰਡਿਆਂ ਦੇ ਕੈਡਨੈਪ ਕਰਨ ਦੀ ਗੱਲ ਕੀਤੀ ਹੈ। ਪਰ ਅਸੀਂ ਇੱਕ ਮੁੱਠ ਹਾਂ, ਕੋਈ ਝੰਡਾ ਨਹੀਂ ਸਾਡਾ ਵੱਖ, ਕੋਈ ਸਾਡਾ ਕਿਸੇ ਦਾ ਵੱਖਵਾਦੀ ਨਹੀਂ ਹੈ। ਅਸੀਂ ਲੜਨ ਵਾਲੇ ਆ ਤੇ ਸੰਯੁਕਤ ਮੋਰਚੇ ਦੇ ਝੰਡੇ ਥੱਲੇ ਹੋ ਕੇ ਇੱਕ ਮੁੱਠ ਹੋ ਕੇ ਲੜ ਰਹੇ ਆ। ਹੋਰ ਕੋਈ ਗੱਲ ਨਹੀਂ ਕੀਤੀ ਜਾ ਰਹੀ। ਇੱਕੋ ਹੀ ਗੱਲ ਹੈ, 3 ਜਿਹੜੇ ਕਾਲੇ ਕਾਨੂੰਨਾਂ ਨੂੰ ਵਾਪਸ ਕਰੇ। ਜਦ ਤੱਕ ਸਰਕਾਰ ਵਾਪਸ ਨਹੀਂ ਕਰਦੀ, ਸੰਘਰਸ਼ ਜਾਰੀ ਰਹੂਗਾ। ਬੀਜੇਪੀ ਨੂੰ ਹੁਣ ਲੋਕ ਪਿੰਡਾਂ 'ਚ ਨਹੀਂ ਵੜਨ ਦਿੰਦੇ, ਉਹਨਾਂ ਦੀਆਂ ਚਾਲਾਂ ਸਾਰੀਆਂ ਫੇਲ ਹੋ ਗਈਆਂ। ਧੰਨਵਾਦ। 6 ਤੋਂ 8 ਮਹੀਨੇ ਦਾ ਜਿਹੜਾ ਸੰਘਰਸ਼ ਚੱਲ ਰਿਹਾ, ਕਿਵੇਂ ਦੇਖਦੇ ਹੋ? ਕਿਸਾਨਾਂ ਦੀ ਕਿੰਨੀ ਕੁ ਫਾਇਦਾ ਹੋਇਆ, ਕਿੰਨੀ ਕੁ ਜਿੱਤ ਹੋਈ ਆ, ਤੇ ਬੀਜੇਪੀ ਦਾ ਇਹਨੂੰ ਫਾਇਦਾ ਜਾਂ ਨੁਕਸਾਨ ਹੋਇਆ? ਦੇਖੋ, ਕਿਸਾਨਾਂ ਨੂੰ ਇਹਦੇ ਵਿੱਚ ਨਾ ਜਿੱਤਦਿਆਂ ਵੀ ਹਜੇ ਜਿੱਤ ਹਾਸਲ ਹੋਈ ਹੈ। ਕਿਸਾਨਾਂ ਦੀ ਜਿਹੜੀ ਏਕਤਾ ਸੀਗੀ, ਜਿਹੜੀਆਂ ਪਾਰਟੀਆਂ ਨਹੀਂ ਪੋਲੀਟੀਕਲ ਕਰ ਸਕੀਆਂ, ਉਹ ਕਿਸਾਨਾਂ ਨੇ ਏਕਤਾ ਹੋਈ ਹੈ ਤੇ ਸਾਰੇ ਦੇਸ਼ ਦੇ ਕਿਸਾਨ ਇਕਮੁੱਠ ਹੋਏ ਹੈ। ਨੰਬਰ 2, ਬੀਜੇਪੀ ਦੀ ਜਿਹੜੀ ਇਹ ਕਹਿੰਦੇ ਸੀਗੇ ਪੋਲੀਟੀਕਲ ਪਾਰਟੀਆਂ ਮੈਂ ਮੋਦੀ ਦੇ ਨਾਂ ਤੇ ਵੋਟਾਂ ਲੈਣੀਆਂ, ਅੱਜ ਮੋਦੀ ਦੀ ਕਿਰਕਰੀ ਹੋਈ ਹੈ ਤੇ ਫੇਲ ਹੋਇਆ ਮੋਦੀ। ਪਿੰਡਾਂ ਦੇ ਵਿੱਚ ਮੋਦੀ ਦੇ ਲੀਡਰਾਂ ਨੂੰ, ਬੀਜੇਪੀ ਦੇ ਲੀਡਰਾਂ ਨੂੰ ਲੋਕ ਵੜਨ ਨਹੀਂ ਦਿੰਦੇ, ਉਹਨਾਂ ਦਾ ਬਾਈਕਾਟ ਕਰਦੇ। ਤੁਹਾਡੇ ਸਾਹਮਣੇ ਹੋਇਆ ਜੋ ਕਿ ਲੋਕਾਂ ਦੇ ਰੋਸ ਦਾ ਪ੍ਰਗਟਾਵਾ ਹੋਇਆ, ਲੋਕਾਂ ਨੇ ਪਿੰਡਾਂ ਦੇ ਵਿੱਚ ਵੜਨ ਤੋਂ ਨਾ ਕੀਤੀ ਤੇ ਘਰਾਓ ਵੀ ਕੀਤੇ। ਇਸ ਕਰਕੇ ਇਹ ਫੇਲਵਾਰ ਹੈ ਸਰਕਾਰ, ਤੇ ਜਿਹੜਾ ਸੰਘਰਸ਼ ਹੈ ਉਹ ਬਿਲਕੁਲ ਅੱਗੇ ਵਧ ਰਿਹਾ ਤੇ ਇਹ ਕਿਸਾਨਾਂ ਦੀ ਜਿੱਤ ਹੈ ਬਾਈ। ਸੋ ਬਿਲਕੁਲ ਕਿਸਾਨਾਂ ਦਾ ਕਹਿਣਾ ਕਿ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਦੀ 6 ਮਹੀਨੇ ਦੌਰਾਨ ਜਿੱਤ ਹੋਈ ਹੈ, ਕਿਉਂਕਿ ਬੀਜੇਪੀ ਨੂੰ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਹਾਰ ਮਿਲੀ। ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਰਵਾਨਾ ਜੋ ਗੱਡੀਆਂ ਰਵਾਨਾ ਹੋ ਰਹੀਆਂ, ਜਥਾ ਦਿੱਲੀ ਦੇ ਲਈ ਰਵਾਨਾ ਹੋ ਰਿਹਾ ਵੱਡੀ ਗਿਣਤੀ ਦੇ ਵਿੱਚ। ਰੋਪੜ ਜ਼ਿਲ੍ਹੇ ਤੋਂ ਲਗਾਤਾਰ 3-4 ਦਿਨਾਂ ਤੋਂ ਕਿਸਾਨ ਜਿਹੜੇ ਹੈਗੇ ਵੱਖ-ਵੱਖ ਜਥਿਆਂ ਦੇ ਵਿੱਚ ਆਪਣੀਆਂ ਯੂਨੀਅਨਾਂ ਦੇ ਵਿੱਚ ਜਾ ਰਹੇ ਨੇ ਤੇ ਲਗਾਤਾਰ ਦਿੱਲੀ ਪਹੁੰਚ ਰਹੇ ਨੇ। ਤੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ
ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰਦੀ ਹੈ ਜਾਂ ਹਾਲੇ ਵੀ ਕਿਸਾਨਾਂ ਨੂੰ ਲੰਬੀ ਲੜਾਈ ਲੜਨੀ ਪਵੇਗੀ, ਕਿਉਂਕਿ ਕਰੋਨਾ ਮਹਾਮਾਰੀ ਜਿਹੜੀ ਹੈਗੀ ਆ ਪੂਰੇ ਪੀਕ ਦੇ ਉੱਤੇ ਹੈ ਤੇ ਕਰੋਨਾ ਮਹਾਮਾਰੀ ਦੇ ਨਾਲ ਅਗਰ ਕਿਸਾਨਾਂ ਦਾ ਨੁਕਸਾਨ ਹੁੰਦਾ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਸਰਕਾਰ ਤੇ ਵੱਡੇ ਸਵਾਲ ਨੇ। ਰੂਪਨਗਰ ਤੋਂ ਸੱਜਣ ਸਿੰਘ ਛਾਣੀ, ਪੰਜਾਬੀ ਲੋਕ ਚੈਨਲ।